ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਿਲਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਬਰ ਫॉर ਇੰਡੀਆ। ਅੱਜ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ ਜੀ, ਜੋ ਕਿ ਪਬਲਿਕ ਰਿਲੇਸ਼ਨ ਆਫਿਸਰ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ, ਜੋ ਕਿ ਸਰਨਾ ਬ੍ਰਦਰਸ ਦੀ ਪਾਰਟੀ ਹੈ। ਇਲੈਕਸ਼ਨਸ ਦਾ ਮਾਹੌਲ ਹੈ, ਇਲੈਕਸ਼ਨ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ ਤੇ ਲੇਕਿਨ ਇਲੈਕਸ਼ਨਸ ਤੋਂ ਪਹਿਲਾਂ ਵੀ ਕੁਝ ਮੁੱਦੇ ਚੱਲ ਰਹੇ ਸੀਗੇ ਜਿਨ੍ਹਾਂ ਦੀ ਪਬਲਿਕ ਨੂੰ ਸ਼ਾਇਦ ਕੁਝ ਨੌਲੇਜ ਨਹੀਂ ਸੀ ਜਾਂ ਘੱਟ ਨੌਲੇਜ ਸੀ। ਉਹ ਨੌਲੇਜ ਇਲੈਕਸ਼ਨਸ ਦੇ ਨਾਲ ਅੱਗੇ ਆ ਕੇ ਸਾਹਮਣੇ ਵੀ ਆਏ ਨੇ, ਕਿਉਂਕਿ ਕੋਰਟ ਨੇ ਐਪਰੋਪਰੀਏਟ ਐਕਸ਼ਨ ਟਾਈਮ ਉੱਤੇ ਲਿਆ। ਉਹਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਜੋ ਸਾਹਮਣੇ ਆ ਰਿਹਾ ਹੈ ਉਹ ਆ ਰਿਹਾ ਜੀ ਮਨਜਿੰਦਰ ਸਿੰਘ ਸਿਰਸਾ, ਜੋ ਕਿ ਕਰੰਟ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਸ ਟਾਈਮ ਉੱਤੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇ। ਉਹਨਾਂ ਉੱਤੇ 420 ਦੀ FIR ਹੋਈ ਹੈ। ਉਹਨਾਂ ਉੱਤੇ ਗੋਲਕ ਚੋਰ ਦਾ ਟੈਗ ਵੀ ਲੱਗ ਚੁੱਕਿਆ ਹੈ। ਇਸ ਦਾ ਕਾਰਨ ਨੇ ਸਿਰਫ ਔਰ ਸਿਰਫ ਇੱਕ ਇਨਸਾਨ, ਜੋ ਕਿ ਭੁਪਿੰਦਰ ਸਿੰਘ ਜੀ ਨੇ, ਜੋ ਕਿ PRO ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਸੀਂ ਇਲੈਕਸ਼ਨਸ ਦਾ ਮਾਹੌਲ ਹੈ, ਸਭ ਤੋਂ ਪਹਿਲਾਂ ਜਨਤਾ ਨੂੰ ਇਹ ਕਲੀਅਰ ਕਰੋ ਕਿ ਇਹ FIRs ਕਦੋਂ ਤੋਂ ਚੱਲਦੀ ਆ ਰਹੀਆਂ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਤੇ ਜਨਤਾ ਅਵੇਅਰ ਹੋਏ ਕਿ ਸਿਰਫ ਇਹ ਇਲੈਕਸ਼ਨਸ ਦਾ ਸਟੰਟ ਨਹੀਂ ਹੈਗੇ, ਬਹੁਤ ਪੁਰਾਣਾ ਮੁੱਦਾ ਚੱਲਦਾ ਆ ਰਿਹਾ ਹੈ। ਤੁਸੀਂ ਕਿਸੇ ਦੀ ਚੋਰੀ ਫੜੀ ਬਹੁਤ ਸਾਲ ਪਹਿਲਾਂ, ਤੇ ਇਹ ਸਰ ਦੱਸੋ ਕਿ ਕਲੀਅਰ ਕਰੋ ਕਿ ਸਰ ਇਹ ਇਲੈਕਸ਼ਨ ਦਾ ਸਟੰਟ ਹੈ ਜਾਂ ਫਿਰ ਕਲੀਅਰ ਸਿਰਫ ਕਿ ਜੇ ਕੋਈ ਫਰਾਡ ਕਰ ਰਿਹਾ ਸੀ, ਕੋਈ ਚੋਰੀ ਕਰ ਰਿਹਾ, ਤੁਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ, ਇਹ ਮਾਮਲਾ ਕੰਪਲੇਨ ਮੈਂ ਲਿਖਾਈ ਸੀ ਨਾਰਥ ਐਵਨਿਊ ਥਾਣੇ ਦੇ ਅੰਦਰ, ਜਿਹੜਾ ਰਕਾਬਗੰਜ ਸਾਹਿਬ ਦੇ ਕੋਲ ਹੈ। ਉਹ ਕਰਵਾਈ ਸੀ ਮਾਰਚ ਦੇ ਮਹੀਨੇ ਦੇ ਵਿੱਚ 2019 ਦੀ। ਅੱਜ 2021 ਚੱਲਦਾ ਪਿਆ ਹੈ, ਇਹਨੂੰ ਵੀ 2.5 ਸਾਲ ਹੋ ਗਏ ਵੀਰ ਜੀ। ਇਹ ਜਦੋਂ ਕੰਪਲੇਨ ਲਿਖਾਈ ਸੀ ਤੇ ਉਦੋਂ ਮਨਜਿੰਦਰ ਸਿੰਘ ਸਿਰਸਾ MLA ਸੀ ਰਜੌਰੀ ਗਾਰਡਨ ਦਾ, ਤੇ ਜਨਰਲ ਸਕੱਤਰ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ। ਤੇ ਕਮਾਲ ਦੀ ਗੱਲ ਹੈ, ਉਦੋਂ ਆਨੀਆਂ ਚੋਰੀਆਂ ਦੇਖ ਕੇ ਮੇਰਾ ਹਿਰਦੇ ਵੀ ਕਦੀ ਕਦੀ ਵਿਲੁੰਦੜ ਜਾਂਦਾ ਸੀ ਕਿ ਆਨੀਆਂ ਚੋਰੀਆਂ ਹੋ ਰਹੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਉਹ ਵੀ ਕੱਲੇ ਸਾਈਨ ਮਨਜਿੰਦਰ ਸਿੰਘ ਸਿਰਸਾ ਦੇ। ਦੇਖੋ ਨਾ, ਕਿਸੇ ਕੋਲੋਂ ਇੱਕ ਤੁਹਾਡੀ ਬੋਡੀ ਹੁੰਦੀ ਹੈ ਜਿਹਦੇ ਤੇ 4-5 ਜਿਹਨੇ ਦਾ ਸਿਗਨੇਚਰੀ ਹੁੰਦੇ ਨੇ, ਇੱਥੇ ਤੇ ਕੱਲੇ ਸਾਈਨ ਮਨਜਿੰਦਰ ਸਿੰਘ ਦੇ ਉੱਪਰ ਹੋਏ ਨੇ। ਕਮਾਲ ਦੀ ਤਾਂ ਬਹੁਤ ਗੱਲਾਂ ਨੇ ਇਹਦੇ ਵਿੱਚ। ਜਦ ਕੋਈ ਸਾਹਮਣੇ ਦੇਖੇਗਾ, ਡਾਕੂਮੈਂਟਸ ਦੇਖੇ ਤਾਂ ਕਹੇਗਾ ਕਿ ਇਹ ਹੋਇਆ ਕੀ ਹੈ। ਮਤਲਬ ਆਨੇ ਲੋਕਾਂ ਨੇ, ਸੰਗਤ ਨੇ ਤੇ ਤੁਹਾਨੂੰ ਭੇਜਿਆ ਸੀ ਸੇਵਾ ਵਾਸਤੇ, ਇੱਥੇ ਤੇ ਐਡੀਆਂ ਵੱਡੀਆਂ ਚੋਰੀਆਂ ਹੋ ਗਈਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਵੀ ਸੀ ਅਹੁਦੇਦਾਰਾਂ ਨੇ ਆਪਣੀ ਮਨ ਮਰਜ਼ੀ ਨਾਲ ਬਹੁਤ ਵੱਡੀਆਂ ਚੋਰੀਆਂ ਕੀਤੀਆਂ। ਤੇ ਇਲੈਕਸ਼ਨ ਤੇ ਹੁਣ ਆਇਆ ਵੀਰ ਜੀ, ਇਹ ਤੇ 2.5 ਸਾਲ ਪਹਿਲੇ ਦਾ ਕੰਮ ਹੈ ਜਿਹੜਾ ਕਿ ਮੈਂ ਰੋਕਿਆ। ਔਰ ਚੋਰੀਆਂ ਵੀ ਜਦੋਂ ਹੋਈਆਂ, ਜਦੋਂ 2000 ਜਦੋਂ ਬਾਦਲ ਦਲ ਦੇ ਉੱਥੇ ਪੰਜਾਬ ਦੇ ਵਿੱਚ ਸੀ ਸਰਕਾਰ, ਤੇ ਇਹਨਾਂ ਦੇ 8 ਸਾਲ ਦਾ ਲੇਖਾ ਜੋਖਾ ਇਹਨਾਂ ਵਿੱਚ ਹੈਗਾ, ਜਿਹਦੇ ਵਿੱਚ ਤੁਸੀਂ 420 ਨਹੀਂ, 420, 409, 120 ਵੀ ਲੱਗੀ ਹੋਈ ਹੈ, ਜੋ ਬੜੇ ਸੰਗੀਨ ਅਪਰਾਧ ਹੈ। ਦੇਖੋ ਨਾ, ਇੱਥੋਂ ਦੇ ਜਿਹੜੇ ਬੈਠੇ ਨੇ ਚੋਰੀਆਂ ਚਕਾਰੀਆਂ ਕਰਨੇ ਵਾਲੇ, ਹੁਣ ਤੇ ਪ੍ਰੈਸੀਡੈਂਟ ਨੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਤੇ ਸਾਡਾ ਮੇਰਾ ਵਕੀਲ ਵੀ ਮੈਨੇਜ ਕਰ ਲਿਆ ਸੀ, ਹੋਰ ਜਗ੍ਹਾ ਤੇ ਵੀ ਕਾਗਜ਼ ਮੈਨੇਜ ਕਰ ਲਏ ਸੀ। ਇੱਕ ਸਿੰਘ ਸਾਹਿਬ, ਮੈਂ ਤੁਹਾਨੂੰ ਵਿੱਚ ਰੋਕਣਾ ਚਾਹੂੰਗਾ ਨਾਲ ਆਪਾਂ ਛੋਟੀ ਗੱਲ ਵੀ ਦੇਖਦੇ ਹਾਂ ਕਿ ਸਰ 420 ਦਾ ਮਤਲਬ ਫਰਾਡ ਹੈਗਾ, ਫਰਾਡ ਹੁੰਦਾ ਹੈਗਾ, ਚੀਟਿੰਗ ਕਰਨਾ ਹੁੰਦਾ। 120 ਦਾ ਮਤਲਬ ਵੀ ਸਰ ਜਨਤਾ ਨੂੰ ਸਮਝਾਉਂਗੇ ਤੁਸੀਂ। 120 ਜੋ ਹੈਗੀ ਹੈ ਕਿ ਉਹ ਕੌਨਸਪੀਰੇਸੀ ਮਿਲੀ ਭੁਗਤ ਨਾਲ, ਤੇ ਜਿਵੇਂ ਤੁਸੀਂ ਕੁਝ ਡਾਕੂਮੈਂਟ ਸਾਡੇ ਸਾਹਮਣੇ ਆਏ, ਜਿਵੇਂ ਗੱਲ ਕਰ ਰਹੇ ਸੀ, ਤੁਸੀਂ ਦੇਖ ਸਕਦੇ ਹੋ ਇਹ ਸਾਰੇ, ਇੱਥੇ ਜੇ ਕੈਮਰਾ ਕਰੋ, ਇਹ ਸਾਰੇ ਡਾਕੂਮੈਂਟਸ ਸਾਨੂੰ ਪ੍ਰੋਵਾਈਡ ਕਰਵਾਏ ਗਏ ਨੇ। ਇਹ ਤੇ ਤੁਸੀਂ ਦੇਖੋ ਨਾ, ਸਿਰਸਾ ਸਾਹਿਬ ਤੇ ਰਾਜਿੰਗ ਬਾਲ ਦੇ ਟੈਂਟ ਦੇ ਵੀ ਕੱਲੇ ਸਾਈਨ ਨੇ, ਜਿਹੜਾ ਮਰਜ਼ੀ ਚੁੱਕ ਕੇ ਦੇਖ ਲਓ। ਉੱਪਰ ਉਹਦਾ ਉਹ ਵੀ ਨਹੀਂ ਹੈ, ਰਾਜਿੰਗ ਬਾਲ ਦਾ ਉਹ ਵੀ ਨਹੀਂ ਹੈ। ਦੇਖੋ ਕਿੰਨੀ ਮਨਮਰਜ਼ੀ ਹੋਈ। ਇਸ ਜਨਤਾ ਨੂੰ ਮੈਂ ਦੱਸਣਾ ਚਾਹੂੰਗਾ ਵਿੱਚੋਂ ਕਿ ਇਹ ਤੁਸੀਂ ਧਿਆਨ ਨਾਲ ਦੇਖੋ, ਇੱਥੇ ਜ਼ੂਮ ਕਰੋ ਇਹਦੇ ਉੱਤੇ, ਇਹਦੇ ਕੋਈ ਕੰਪਨੀ ਦੇ ਨਾਮ ਉੱਤੇ ਇੱਥੇ ਕੋਈ ਫ਼ੋਨ ਨੰਬਰ ਨਹੀਂ, ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਹੈਗਾ,
ਤੇ ਨਾ ਕੋਈ ਇਹਦਾ ਕੋਈ ਐਡਰੈਸ ਹੈ, ਤੇ ਨਾਲ ਇੱਥੇ ਸਿਰਫ ਸਿਰਸਾ ਸਾਹਿਬ ਦੇ ਸਾਈਨ ਦੇਖ ਸਕਦੇ ਹੋ, ਕੋਈ ਸਟੈਂਪ ਨਹੀਂ ਹੈਗੀ, ਕੋਈ ਕੁਝ ਨਹੀਂ ਹੈਗਾ, ਇਹ ਦੇਖੋ, ਕੋਈ ਡੇਟ ਨਹੀਂ ਹੈਗੀ। ਇਹ ਦੇਖੋ ਨਾ, ਇਹਨੂੰ ਜ਼ੂਮ ਕਰੋ, ਦੇਖੋ ਸਿਰਸਾ ਸਾਹਿਬ ਦੇ ਸਾਈਨ ਨੇ ਕਿ ਇਹ ਨਕਾਰ ਸਕਦੇ ਨੇ, ਇਹਨਾਂ ਦੇ ਚੈੱਕ ਵੀ ਪਾਸ ਹੋ ਚੁੱਕੇ ਹੋਏ ਨੇ ਵੀਰ ਜੀ। ਤੇ ਸਭ ਤੋਂ ਵੱਡੀ ਗੱਲ ਹੈ ਇਹ 18/4/2013 ਦਾ ਮੈਟਰ ਹੈ। ਤੇ ਤੁਸੀਂ ਦੇਖ ਸਕਦੇ ਹੋ ਸਿਰਫ ਸਾਈਨ, ਬਹੁਤ ਹੀ ਵੱਡੀ ਹੈਰਾਨੀ ਦੀ ਗੱਲ ਹੈ। ਕਿੰਨੇ ਕਾਗਜ਼ ਨੇ, ਕਿੰਨੇ ਬਿੱਲ ਨੇ ਜਿਨ੍ਹਾਂ ਤੇ ਕੱਲੇ ਕੱਲੇ ਦੇ ਮਨਜਿੰਦਰ ਸਿੰਘ ਸਿਰਸਾ ਦੇ ਸਾਈਨ ਨੇ, ਇਹ ਦੇਖ ਲਓ। ਤੇ ਇਹ ਡਾਕੂਮੈਂਟਸ ਹੀ ਨੇ ਸਿੰਘ ਸਾਹਿਬ ਜਿਨ੍ਹਾਂ ਕਰਕੇ ਉਹਨਾਂ ਉੱਤੇ FIR ਹੋਈ ਹੈ, ਇਹੀ ਸਪੈਸੀਫਿਕ ਡਾਕੂਮੈਂਟਸ ਨੇ ਜੋ, ਜਾਂ ਕੁਝ ਇਹ ਸਿਰਫ ਕੁਝ ਡਾਕੂਮੈਂਟਸ ਨੇ, ਜਾਂ ਇਸ ਤੋਂ ਇਲਾਵਾ ਹੋਰ ਵੀ ਕੁਝ ਲੁਕੇ ਹੋਏ ਡਾਕੂਮੈਂਟਸ ਹੈ ਜੋ ਆਪਣੇ ਸਾਹਮਣੇ ਜਾਂ ਤੁਸੀਂ ਦੇਖੋ ਨਹੀਂ ਲੱਗ ਸਕੇ? ਦੇਖੋ ਕੋਰਟ ਮੰਗਦੀ ਵੀਰ ਜੀ ਪ੍ਰੂਫ, ਰਾਈਟ। ਇਹ ਸਾਰੇ ਪ੍ਰੂਫ ਸਾਡੇ ਕੋਲ ਸੀ ਤੇ ਅਸੀਂ ਉਹ ਕੋਰਟ ਦੇ ਵਿੱਚ ਲੈ ਕੇ ਆਏ ਆ। ਇਹ ਕੇਸ ਵੀ ਕਿਉਂਕਿ ਰਾਜਿੰਗ ਬਾਲ ਔਰ ਰਾਜਾ ਟੈਂਟ ਦਾ ਹੈ, ਤੇ ਇੱਕ ਵਾਨੀ ਟ੍ਰੇਡਿੰਗ, ਦੂਜੀ FIR ਵਾਨੀ ਟ੍ਰੇਡਿੰਗ ਔਰ ਅੰਬਿਕਾ ਐਗजिम ਕੰਪਨੀ ਹੈ। ਦੋਨੋਂ ਡਿਫਰੈਂਟ ਕੰਪਨੀਆਂ ਨੇ। ਇੱਕ ਤੇ ਕੰਪਨੀ ਐਗजिस्ट ਨਹੀਂ ਕਰਦੀ, ਅੰਬਿਕਾ ਐਗजिम ਪ੍ਰਾਈਵੇਟ ਔਰ ਵਾਨੀ ਟ੍ਰੇਡਿੰਗ ਕੰਪਨੀ ਉਹ ਐਗजिस्ट ਨਹੀਂ ਕਰਦੀ। ਦੇਖੋ ਨਾ ਕਿੱਡਾ ਵੱਡਾ ਫਰੋਡ ਹੋਇਆ ਉਹਦੇ ਵਿੱਚ, ਜਿਹੜੀ ਕੰਪਨੀ ਹੈ ਹੀ ਨਹੀਂ ਉਹਦੇ ਨਾਂ ਤੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਇਹਨਾਂ ਨੇ। ਕੋਈ ਸਾਊਥ ਇੰਡੀਆ ਦੇ ਵਿੱਚ ਬਾੜ ਆਈ ਸੀ, ਉਹਦੇ ਨਾਂ ਤੇ ਅੰਬਿਕਾ ਟ੍ਰੇਡਿੰਗ ਕੰਪਨੀ ਔਰ ਵਾਨੀ ਟ੍ਰੇਡਿੰਗ ਕੰਪਨੀ ਦੇ ਨਾਂ ਬਣਾ ਕੇ ਉਹਦੇ 'ਚ ਕਰੋੜਾਂ ਰੁਪਏ ਦੇ ਬਿੱਲ, ਤਰਪਾਲਾਂ ਦੇ, ਟੈਂਟਾਂ ਦੇ ਇਹਨਾਂ ਨੇ ਕੱਢੇ ਹੋਏ ਨੇ। ਦੇਖੋ ਨਾ ਕਿੰਨਾ ਧੋਖਾ ਦੋਗੇ ਯਾਰ। ਆਤਮਾ ਵੀ ਤੁਹਾਡੀ ਕਿਸੇ ਨਾ ਕਿਸੇ ਦਿਨ ਬਲੂੰਦੜੀ ਹੁੰਦੀ ਹੈ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲਣ ਆਏ ਹਾਂ ਕਿ ਇੰਨੀਆਂ ਚੋਰੀਆਂ ਚਕਾਰੀਆਂ ਕਰਨ ਆਏ ਹਾਂ, ਕਿਉਂਕਿ ਤੁਸੀਂ ਉਸ ਟਾਈਮ 'ਤੇ ਸੋਚਿਆ ਕਿ ਬਾਦਲ ਸਰਕਾਰ ਹੈ ਸਾਡੀ ਅਤੇ ਸਾਨੂੰ ਕੁਝ ਹੋਏਗਾ ਵੀ ਨਹੀਂ। ਉਹ ਭੁੱਲ ਗਏ ਤੁਸੀਂ ਸਿਰਸਾ ਸਾਹਿਬ ਕਿ ਉੱਪਰ ਅਕਾਲ ਪੁਰਖ ਵੀ ਬੈਠਾ ਹੈ, ਜਿਹਦੀ ਨਿਜ਼ਰ 'ਚੋਂ ਤੁਸੀਂ ਨਹੀਂ ਬਚ ਸਕਦੇ। ਤੁਸੀਂ ਤਾਂ ਵਕੀਲ ਨੂੰ ਵੀ ਖਰੀਦ ਲਿਆ ਸਾਡੇ, ਅਤੇ ਕਾਗਜ਼ ਮੈਨੇਜ ਕਰਨ ਦੇ ਜੋ ਤੁਸੀਂ ਮਾਸਟਰ ਹੋ, ਉਹ ਤੁਸੀਂ ਮਾਸਟਰੀ ਦਿਖਾਈ ਪੂਰੀ। ਤੁਸੀਂ ਤਾਂ ਝੂਠਾ ਕੇਸ ਮੇਰੇ 'ਤੇ ਪਾਤਾ। ਸਰ ਕਿਸ ਚੀਜ਼ ਦਾ ਕੇਸ ਪਾਇਆ ਸਰ? ਕਿ ਇਹ ਕਾਗਜ਼, ਇਹ ਨਕਲੀ ਕਾਗਜ਼ ਨੇ 420 ਦਾ, ਤੁਸੀਂ ਤਾਂ ਉਲਟਾ ਕੇਸ ਮੇਰੇ 'ਤੇ ਪਾਤਾ। ਤੁਹਾਡੇ ਸੁਖਬੀਰ ਬਾਦਲ ਨੇ ਵੀ ਬਾਈਟ ਦੇ ਦਿੱਤੀ ਇੱਕ ਚੈਨਲ 'ਤੇ ਕਿ ਇਹ ਝੂਠੇ ਕੇਸ ਪਾ ਰਿਹਾ ਵਾ, ਜਦਕਿ ਸੱਚਾਈ ਤੁਹਾਡੀ ਸਾਰੀ ਸਾਹਮਣੇ ਹੈ। ਅਤੇ ਤੁਹਾਨੂੰ ਤਾਂ ਹੁਣ ਦੇਖੋ ਸੰਗਤ ਨੇ ਵੀ ਤੁਹਾਨੂੰ ਇੱਕ ਜੋੜਾ ਗੋਲਕ ਚੋਰ ਦਾ ਖਿਤਾਬ ਦੇਤਾ, ਔਰ ਤੁਸੀਂ ਹੋ ਵੀ ਗੋਲਕ ਚੋਰ ਪੂਰੀ ਜ਼ਿੰਦਗੀ ਰਹੋਗੇ, ਔਰ ਉਸ ਟੈਗ ਤੋਂ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਤੁਸੀਂ ਚੋਰੀਆਂ ਕੀਤੀਆਂ ਹੋਈਆਂ ਹੈ। ਦੇਖੋ ਨਾ 2000 ਮਾਰਚ ਦੇ 'ਚ ਕੰਪਲੇਨਾਂ ਲਿਖਾਈਆਂ ਸੀ ਨਾਰਥ ਐਵਨਿਊ ਥਾਣੇ। ਸਾਰਾ ਪੌਣੇ 2 ਸਾਲ ਮੈਂ ਕੇਸ ਲੜਦਾ ਰਿਹਾ ਰਾਉਜ਼ ਐਵਨਿਊ ਕੋਰਟ ਦੇ ਵਿੱਚ, ਅਤੇ ਘੱਟ ਸਮਾਂ ਲੱਗਾ, ਬੜੀ ਔਚਲਾਂ ਵੀ ਆਈਆਂ, ਪਰ ਗੁਰੂ ਮਹਾਰਾਜ ਦੀ ਕਿਰਪਾ ਰਹੀ। ਇਹ ਸਾਰਾ ਚੀਜ਼ ਮੈਂ ਕੱਢ ਕੇ ਦਿਖਾਈ ਸੰਗਤ ਨੂੰ, ਇਹਨਾਂ 'ਤੇ FIR ਵੀ ਹੋਈ। ਸਿਰਸਾ ਸਾਹਿਬ ਤੁਸੀਂ ਭੁੱਲ ਜਾਂਦੇ ਹੋ ਇੱਕ ਚੀਜ਼, ਜਦੋਂ ਐਕਸ ਚੀਫ ਮਿਨਿਸਟਰ, ਚਾਹੇ ਉਹ ਬਿਹਾਰ ਦੇ ਹੋਣ ਲਾਲੂ ਪ੍ਰਸਾਦ ਯਾਦਵ ਜੀ, ਚਾਹੇ ਐਕਸ CM ਹਰਿਆਣਾ ਦੇ ਹੋਣ ਚੌਟਾਲਾ ਜੀ, ਜਦੋਂ ਚੋਰੀਆਂ ਉਹਨਾਂ ਦੀ ਵੀ ਜਗ ਜ਼ਾਹਿਰ ਹੋਈਆਂ ਅਤੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਅੱਜ ਵੀ ਤੁਸੀਂ ਛੱਡ ਦਿਓ, ਅੱਜ ਵੀ ਸੰਗਤ ਕੋਲ ਆ ਕੇ ਮਾफ़ੀ ਮੰਗ ਲਓ, ਗੁਰਦੁਆਰੇ ਆ ਕੇ ਔਰ ਇਹ ਸਿਆਸਤ ਨੂੰ ਛੱਡ ਕੇ ਚਲੇ ਜਾਓ, ਸਾਈਡ 'ਤੇ ਹੋ ਜਾਓ, ਔਰ ਸੰਗਤ ਵੀ ਤੁਹਾਨੂੰ ਮਾफ़ ਕਰ ਦੇਗੀ, ਸਾਡੀ ਪਾਰਟੀ ਵੀ ਮਾफ़ ਕਰ ਦੇਗੀ। ਚੰਗੇ ਕੰਮਾਂ ਵਾਸਤੇ ਸੋਚ ਕੇ ਆਓ ਅਤੇ ਗੁਰੂ ਮਹਾਰਾਜ ਦੀ ਤੁਹਾਡੇ 'ਤੇ ਕਿਰਪਾ ਹੋਏਗੀ। ਤੇ ਸਰ ਇੱਕ ਹੋਰ ਗੱਲ ਵੀ ਕਹੀ ਜਾਂਦੀ ਕਿ ਪਹਿਲਾਂ ਆਪਣਾ ਘਰ ਸੁਧਾਰੋ, ਆਪਣਾ ਘਰ ਸਾਫ਼ ਰੱਖੋ, ਆਪਣੇ ਘਰ ਦੀ ਹੈਲਪ ਕਰੋ, ਤਾਂ ਹੀ ਤੁਸੀਂ ਦੂਸਰਿਆਂ ਦੀ ਹੈਲਪ ਕਰ ਸਕਦੇ ਹੋ, ਰਾਈਟ। ਅਤੇ ਇਹਦੇ ਸਰ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਆਪਣੀ ਸਿੱਖੀ ਦੇ ਵਿੱਚ ਕਾਫੀ ਟਰਮੋਇਲ ਨੇ ਕਿ ਉੱਪਰ ਕਦੀ ਨੀਚੇ ਜਾਂਦੀ ਹੈ ਆਪਣੀ ਸਿੱਖੀ, ਹਲੇ ਫਿਲਹਾਲ ਨੀਚੇ ਜਾ ਰਹੀ ਹੈ। ਕੋਈ ਬਾਲ ਕਟਾਉਂਦਾ ਹੈ, ਕੋਈ ਦਾੜੀ ਨੂੰ ਰੰਗ ਕਰਦਾ ਹੈ, ਕਿਉਂਕਿ ਜੇ ਆਪਣਾ ਸਿੱਖੀ ਦਾ ਘਰ ਆਪਣਾ ਹਲੇ ਸੰਭਲਿਆ ਨਹੀਂ। ਪਰ ਸਿਰਸਾ ਸਾਹਿਬ ਤੁਹਾਨੂੰ ਲੱਗ ਰਿਹਾ ਕਿ ਕਿਸੇ ਹੋਰ ਦੀ ਹੈਲਪ ਕਰਨ ਚੱਲ ਪੈਂਦੇ ਨੇ ਬਿਨਾਂ ਕਿਸੇ ਰੀਜ਼ਨ ਤੋਂ। ਕਈ ਵਾਰੀ ਡਰਾਮਾ ਹੋ ਜਾਂਦਾ ਹੈ, ਕਈ ਵਾਰੀ ਐਕਟਿੰਗ ਹੋ ਜਾਂਦੀ ਹੈ, ਜਾਂ ਪਬਲਿਸਿਟੀ ਸਟੰਟ ਬਹੁਤ ਵੱਡਾ ਪਲੇ ਕਰ ਜਾਂਦੇ ਨੇ। ਦੇਖੋ ਜੀ ਡਰਾਮੇ ਤੋਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਨੇ ਸਿਰਸਾ ਸਾਹਿਬ। ਕੋਵਿਡ ਦਾ ਟਾਈਮ ਆਇਆ ਅਤੇ
ਸੰਗਤਾਂ ਨੇ ਵੀ ਬਾਹਰੋਂ ਵੀ ਕਰੋੜੋਂ ਰੁਪਇਆ ਭੇਜਿਆ। ਦੇਖੋ ਜਿਹੜੀ ਗੋਲਕ ਹੈ ਨਾ, ਉਹ ਗਰੀਬ ਦਾ ਮੂੰਹ ਹੈ। ਇੱਥੇ ਤੇ ਸਾਡਾ ਜਿੱਥੇ ਭਵਿੱਖ ਹੈ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜਿਨ੍ਹਾਂ ਦਾ ਮਜ਼ਾਰ ਬਹੁਤ ਉੱਪਰ ਸੀ ਜਦੋਂ ਸਰਦਾਰ ਸਾਹਿਬ ਸੀ, ਅੱਜ ਉਹਨਾਂ ਦਾ ਮਜ਼ਾਰ ਵੀ ਅੰਨੇ ਥੱਲੇ ਡੇਗ ਦਿੱਤਾ। ਅਤੇ ਉਹਨਾਂ ਦੀ ਟੀਚਰਾਂ ਵੀ, ਉਹ ਵੀ ਕੋਟਾ ਦੇ ਵਿੱਚ ਨੇ, ਧਰਨੇ ਵੀ ਦੇ ਰਹੀ ਆ, ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਪਈ। ਅਤੇ ਸਿਰਸਾ ਸਾਹਿਬ ਕਦੀ ਕਿੱਦੇ ਭੱਜੀ ਜਾ ਰਹੇ ਨੇ ਦੂਜੀਆਂ ਚੀਜ਼ਾਂ ਮੈਨੇਜ ਕਰਨ ਵਾਸਤੇ, ਆਪਣੀ ਸਿਆਸਤ ਨੂੰ ਮੈਨੇਜ ਕਰਨ ਵਾਸਤੇ। ਉਹਨਾਂ ਦਾ ਇੱਧਰ ਧਿਆਨ ਨਹੀਂ ਹੈ। ਅੱਜ ਵੀ ਉਹਨਾਂ ਨੂੰ ਆਪਣੀ ਸਿਆਸਤ ਮੈਨੇਜ ਕਰਨ ਵਾਸਤੇ ਉੱਧਰ ਹੀ ਲੱਗੇ। ਹੁਣ ਇਲੈਕਸ਼ਨ ਆ ਗਏ ਨੇ ਅਤੇ ਹੁਣ ਨਵਾਂ ਸਟੈਂਡ ਕਰ ਦਿੱਤਾ ਸੀ ਕਿ ਬਾਲਾ ਸਾਹਿਬ ਹੌਸਪੀਟਲ ਸਰਨਾ ਸਾਹਿਬ ਬੰਦ ਕਰਵਾ ਰਹੇ ਨੇ। ਉਹ ਬੰਦ ਤੇ ਕੁਲਦੀਪ ਭੋਗਲ ਨੇ ਕਰਵਾਇਆ, ਤੁਹਾਡੇ ਨੇ, ਕਿਉਂ ਭੁੱਲਦੇ ਨੇ? ਜਿਹੜਾ ਕਾਂਡ ਤੁਹਾਡੇ ਸਾਥੀ ਕੁਲਦੀਪ ਭੋਗਲ ਨੇ ਕੀਤਾ, ਉਹ ਤੇ ਕਾਂਡ ਕਿਸੇ ਨੇ ਕੀਤਾ ਹੀ ਨਹੀਂ ਹੈ। ਦੇਖੋ ਨਾ, ਹੁਣ ਵੀ ਸਾਡੇ ਵੀਰ ਕਰਤਾਰ ਸਿੰਘ ਚਾਵਲਾ ਜੀ, ਵਿੱਕੀ ਜੀ ਨੇ ਕੇਸ ਪਾਈ ਹੈ। ਤੁਸੀਂ ਜਨਤੰਤਰ ਕਰੋ ਨਾ ਰਿਪੋਰਟ, ਜਿਹੜੀ ਮੈਂ ਬਾਰ-ਬਾਰ ਸ਼ੁਰੂ ਤੋਂ ਤੁਹਾਨੂੰ ਕਹਿੰਦਾ ਆ ਰਿਹਾ, ਆਪਣੀ ਜਨਤੰਤਰ ਕਰੋ ਨਾ ਡਿਲੋਇਟ ਆਡਿਟ ਰਿਪੋਰਟ, ਜਿਹੜੀ ਤੁਸੀਂ ਕਰਵਾ ਕੇ ਵੀ ਘਰ ਬੈਠ ਗਏ ਹੋ। ਔਰ ਅੱਜ ਗਲਤ ਹਲਫਨਾਮਾ ਵੀ ਤੁਸੀਂ ਦਿੰਦੇ, ਐਫੀਡੇਵਿਟ ਦੇ ਕੇ ਅਸੀਂ ਡਿਲੋਇਟ ਦੀ ਰਿਪੋਰਟ ਵੀ ਨਹੀਂ ਕਰਵਾਈ, ਕਿਉਂਕਿ ਉਹਦੇ 'ਚ ਹੀ ਤੁਹਾਡੀ ਚੋਰੀ ਪਕੜੀ ਗਈ ਹੈ। ਡਿਲੋਇਟ ਕੰਪਨੀ ਨੇ ਜਿਹੜਾ ਕੈਸ਼ ਸੀ ਉੱਥੇ ਘੱਟ ਪਿਆ ਸੀ 30-40 ਲੱਖ ਰੁਪਇਆ, ਉਹ ਜਦੋਂ ਕੱਢਿਆ ਅਤੇ ਉਹਦੇ 'ਚ ਤੁਹਾਡੀਆਂ ਸਾਰੀਆਂ ਚੋਰੀਆਂ ਨਜ਼ਰ ਆ ਰਹੀਆਂ। ਤਾਂ ਹੀ ਤੁਸੀਂ ਇੱਕ ਗਲਤ ਤਰੀਕੇ ਨਾਲ ਚੱਲ ਪਏ ਹੋ। ਉਹਨੂੰ ਕਰੋ ਨਾ, ਪਾਕ ਸਾਫ਼ ਹੋਵੋ ਨਾ, ਸੰਗਤ ਵਿੱਚ ਲੈ ਕੇ ਜਾਂਦੇ। ਅਤੇ ਤੁਸੀਂ ਤਾਂ ਇਲੈਕਸ਼ਨ ਵਾਸਤੇ ਸਿਆਸਤਾਂ ਵੀ ਕਰਨ ਲੱਗ ਪਏ ਹੋ। ਉਹਦੇ 'ਚ ਤਾਂ ਤੁਸੀਂ ਮਾਹਿਰ ਹੋ ਹਰ ਕੰਮ ਦੇ ਵਿੱਚ। ਪਰ ਇੱਕ ਚੀਜ਼ ਭੁੱਲ ਜਾਣਾ ਸਿਰਸਾ ਸਾਹਿਬ, ਦੇਖੋ ਅਕਾਲ ਪੁਰਖ ਬੈਠਾ ਹੋਇਆ, ਜਿਹਦਾ ਹਿਸਾਬ ਤੁਹਾਨੂੰ ਦੇਣਾ ਪਏਗਾ। ਤੁਸੀਂ ਤਾਂ ਉੱਪਰ ਜਾ ਕੇ ਵੀ ਕੀ ਹਿਸਾਬ ਦੋਗੇ? ਤੁਸੀਂ ਉੱਪਰ ਵੀ ਤੁਹਾਨੂੰ ਲੇਖਾ ਦੇਣਾ ਪਏਗਾ। ਇਹ ਭੁੱਲ ਜਾਓ ਕਿ ਤੁਹਾਨੂੰ ਲੇਖਾ ਨਹੀਂ ਦੇਣਾ ਪਏਗਾ। ਅਕਾਲ ਪੁਰਖ ਉੱਪਰ ਬੈਠਾ ਹੋਇਆ, ਜਦੋਂ ਉਹਦੀ ਲਾਠੀ ਚੱਲੇਗੀ ਨਾ ਬੇਜੁਬਾਨ, ਅਤੇ ਉਹ ਦਿਨ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੁਸੀਂ ਕਿਹੜਾ ਗੁਨਾਹ ਕਰ ਬੈਠੇ ਹੋ। ਤੇ ਅਸੀਂ ਦਰਸ਼ਕਾਂ ਨੂੰ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਸਿੰਘ ਸਾਹਿਬ ਦੀ ਬਦੌਲਤ ਹੀ ਹੈ ਕਿ ਸਿਰਸਾ ਜੀ ਦੇ ਅਗੇਂਸਟ ਜੋ ਕੋਰਟ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ, ਇਹੀ FIRs ਨੇ ਜਿਨ੍ਹਾਂ ਦੇ ਕਾਰਨ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਤੇ ਸਿੰਘ ਸਾਹਿਬ, ਆਪਾਂ ਇੱਕ ਹੋਰ ਗੱਲ ਕਰਾਂਗੇ ਅਮਿਤਾਭ ਬੱਚਨ ਦੀ, ਕਿ ਜੋ ਅਮਿਤਾਭ ਬੱਚਨ ਬਾਲੀਵੁੱਡ ਦੇ ਮਹਾਨਾਇਕ ਨੇ, ਉਹਨਾਂ ਦੇ ਅਕੋਰਡਿੰਗ ਉਹਨਾਂ ਨੇ 2 ਕਰੋੜ ਰੁਪਏ ਡੋਨੇਟ ਕੀਤਾ। ਉਸ ਤੋਂ ਪਹਿਲਾਂ 10 ਕਰੋੜ ਵੀ ਡੋਨੇਟ ਕੀਤਾ। ਅਤੇ ਇੱਥੇ ਕੋਵਿਡ ਹੌਸਪੀਟਲ ਵੀ ਖੁੱਲ੍ਹਿਆ। ਕੋਵਿਡ ਹੌਸਪੀਟਲ ਜੋ ਮਹਾਮਾਰੀ ਚੱਲ ਰਹੀ ਸੀ, ਇੱਥੇ ਕੁਝ 400 ਆਪਣਾ ਸ਼ਾਇਦ ਬੈੱਡ ਲੱਗੇ। ਉਹਦੇ ਵਿੱਚ ਇਲਾਜ ਹੋਇਆ, ਜੋ ਅਸੀਂ ਸਟੱਡੀ ਕੀਤਾ ਹੈਗਾ, 280 ਪੇਸ਼ੈਂਟਸ ਆ। ਲੇਕਿਨ ਇਲਜ਼ਾਮ ਇਹ ਨੇ, ਅਸੀਂ ਤੁਹਾਡੇ ਤੋਂ ਕਲੀਅਰ ਕਰਨਾ ਚਾਹਾਂਗੇ ਥੋੜ੍ਹਾ, ਕਿ ਉੱਥੇ ਨਾ ਕੋਈ ਕੁਆਲੀਫਾਈਡ ਡਾਕਟਰ ਸੀ ਜ਼ਿਆਦਾ, ਨਾ ਕੋਈ ਕੁਆਲੀਫਾਈਡ ਨਰਸਿਸ ਸੀਗੀਆਂ। ਅਤੇ ਜਦੋਂ ਇਹ ਸਾਰਾ ਖਤਮ, ਚਲੋ ਹਲੇ ਕਰੋਨਾ ਚੱਲ ਰਿਹਾ ਹੈ, ਬਟ ਉੱਥੇ ਸੈਲਰੀ ਵੀ ਨਹੀਂ ਮਿਲੀ ਨਰਸਿਸ ਸਟਾਫ ਨੂੰ। ਸਰ, ਇਹਦੇ ਉੱਤੇ ਸਾਨੂੰ ਥੋੜ੍ਹਾ ਕਲੀਅਰ ਕਰੋਗੇ ਸਾਨੂੰ ਅਤੇ ਦਰਸ਼ਕਾਂ ਨੂੰ ਕਿ ਐਕਚੁਅਲੀ ਹੋਇਆ ਕੀ ਹੈ, ਕਿ ਸਟੰਟ ਕਿੱਦਾਂ ਖੇਡਿਆ? ਸਟੰਟ ਸੀਗਾ ਜਾਂ ਅਸਲੀਅਤ ਸੀਗੀ, ਕੀ ਸੀਗਾ ਇਹ? ਦੇਖੋ ਵੀਰੇ, ਸਭ ਤੋਂ ਵੱਡੀ ਗੱਲ, ਸਾਡੇ ਪਾਸ ਬਹੁਤ ਸਕੂਲ ਵੀ ਸੀ, ਬਹੁਤ ਜਗ੍ਹਾ ਵੀ ਸੀ। ਇੱਥੇ ਤੇ ਕੋਵਿਡ ਸੈਂਟਰ ਇਹਨਾਂ ਨੂੰ ਖੋਲ੍ਹਣਾ ਨਹੀਂ ਚਾਹੀਦਾ। ਉਹਦੇ ਵਿੱਚ ਵੀ ਬੜਾ ਕਾਂਡ ਕੀਤਾ ਵੈ, ਮੈਨੂੰ ਪਤਾ ਲੱਗਾ ਵੈ, ਸਾਡੇ ਕੋਲ ਪ੍ਰੂਫ ਵੀ ਹੈ। ਔਰ ਬਹੁਤ ਸਾਰੇ ਜਿਹੜੇ ਡਾਕਟਰ ਔਰ ਪੇਸ਼ੈਂਟ ਸੀ, ਉਹ ਵੀ ਇਹਨਾਂ ਨੇ ਮੈਨੇਜ ਕੀਤੇ ਹੋਏ ਸੀ, ਨਰਸਸ ਵਗੈਰਾ ਵੀ। ਉਹ ਮੈਨੇਜ ਕਰਕੇ ਹੀ ਇਹਨਾਂ ਨੇ ਅੱਜ ਤੱਕ ਉਹਨਾਂ ਨੂੰ ਸੈਲਰੀਆਂ ਦੇਣ ਦੇ ਵਿੱਚ ਵੀ ਆਪਣੀ ਮਨਮਾਨੀ ਕਰ ਰਹੇ ਨੇ। ਪਹਿਲੇ ਤਾਂ ਤੁਸੀਂ ਮੈਨੇਜ ਕੀਤਾ। ਦੂਸਰੀ ਗੱਲ ਆਉਂਦੀ ਹੈ ਅਮਿਤਾਭ ਬੱਚਨ ਦੀ। ਇਹਨਾਂ ਨੇ ਪਹਿਲੇ ਸ਼ੋਅ ਕੀਤਾ ਸੀ ਕਿ ਅਮਿਤਾਭ ਬੱਚਨ ਨੇ 2 ਕਰੋੜ ਦਿੱਤਾ ਵਾ, ਅਤੇ ਇਹਦੇ ਵਿੱਚ ਦੇਖੋ, ਪਹਿਲੀ ਗੱਲ ਅਮਿਤਾਭ ਬੱਚਨ ਨੇ ਸ਼ੋਅ ਕੀਤਾ ਕਿ ਮੈਂ 10 ਕਰੋੜ ਹੋਰ ਵੀ ਦਿੱਤਾ ਵਾ। ਪਹਿਲੀ ਗੱਲ ਤਾਂ ਇਹਨਾਂ ਨੂੰ ਅਮਿਤਾਭ ਬੱਚਨ ਕੋਲੋਂ ਪੈਸਾ ਲੈਣਾ ਹੀ ਨਹੀਂ ਚਾਹੀਦਾ, ਜਿਹਨੇ 84 ਦੇ ਵਿੱਚ ਸਿੱਖ ਕੌਮ ਦਾ ਜਿਹੜੀ ਬੁਲੰਦੀਆਂ ਦੇ 'ਚ ਸੀ, ਉਹਦਾ ਬਹੁਤ ਵੱਡਾ ਕਾਂਡ ਕੀਤਾ ਸੀ। ਅਤੇ ਮੈਂ ਉਹ ਸਾਰੇ ਵੀਰ ਜਿਹੜੇ ਮੇਰੇ ਨਾਲ ਕੰਟੈਕਟਸ ਦੇ ਵਿੱਚ ਵੀ ਆਉਂਦੇ ਨੇ ਅਤੇ ਪੁੱਛਦੇ ਨੇ, ਵੀਰ ਜੀ ਇਹ ਕੀ ਕਰਦਾ ਪਿਆ? ਮੈਂ ਕਿਹਾ ਦੇਖੋ, ਸ਼ੁਰੂ ਤੋਂ ਹੀ ਇੱਕ ਜਿਹੜਾ ਸ਼ੈਤਾਨ ਹੁੰਦਾ ਨਾ, ਉਸ ਦਾ ਦੇ ਕੰਮ ਕਰ ਰਿਹਾ ਵਾ। ਬਣ ਤੇ ਗਿਆ ਦਿੱਲੀ ਸੀ ਗੁਰਦੁਆਰਾ ਦਾ ਪ੍ਰਧਾਨ, ਔਰ ਬੜੀਆਂ ਲੋਕਾਂ ਨੂੰ ਕਿਹਾ ਸੀ ਕਿ ਮੈਂ ਅਗਰ ਮੇਰੇ 'ਤੇ ਜਿਸ ਦਿਨ FIR ਹੋਏਗੀ ਮੈਂ ਛੱਡ ਦਾਂਗਾ। ਪਰ
ਕਈ ਮੈਂਬਰਾਂ ਨੂੰ ਕਿਹਾ ਔਰ ਹਾਊਸ ਦੇ ਵਿੱਚ ਕਿਹਾ, ਸਾਰੀ ਰਿਕਾਰਡਿੰਗ ਹੈ। ਮੈਂ ਦੁਬਾਰਾ ਉਸ ਚੀਜ਼ 'ਤੇ ਨਹੀਂ ਜਾਣਾ ਚਾਹੁੰਦਾ, ਸਾਰੀ ਰਿਕਾਰਡਿੰਗ ਹੈ। ਜੋ ਇਹਦੇ ਵਰਡਸ ਬੋਲੇ ਨੇ ਮੈਂ ਉਹ ਵਰਡਸ ਵੀ ਨਹੀਂ ਬੋਲਣਾ ਚਾਹੁੰਦਾ। ਪਰ ਅੱਜ ਕਿੱਥੇ ਰਿਹਾ, ਇਹ ਸੀਟ ਨਾਲ ਇਸ ਤਰ੍ਹਾਂ ਚਿਪਕ ਗਿਆ ਹੈ ਕਿ ਇਹਨੂੰ ਪਤਾ ਹੈ ਕਿ ਇਹ ਤੋਂ ਵੱਡਾ ਅੱਜ ਵੀ ਜਿਸ ਦਿਨ ਸੀਟ ਤੋਂ ਉੱਠਿਆ ਤੇ ਵੀਰ ਜੀ ਅਸੀਂ ਸੋਚ ਵੀ ਨਹੀਂ ਸਕਦੇ ਐਡੀ ਵੱਡੀਆਂ ਚੋਰੀਆਂ ਫੜੀਆਂ ਜਾਣਗੀਆਂ ਦੀਆਂ। ਤੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ ਵਾਂ ਕਿ ਤੁਸੀਂ ਜਿੱਥੇ ਜਿੱਥੇ ਕਾਰ ਦੇ ਕੈਂਡੀਡੇਟ ਨੇ ਸੱਚੇ ਸੁੱਚੇ, ਜਿੱਥੇ ਮੋਮਬੱਤੀ ਦੇ ਕੈਂਡੀਡੇਟ ਨੇ ਅਕਾਲੀ ਪੰਥਕ ਲਹਿਰ ਦੇ, ਤੁਸੀਂ ਉਹਨਾਂ ਨੂੰ ਵੋਟ ਪਾ ਕੇ ਜਿਤਾਓ। ਤੇ ਇਹੋ ਜਿਹੀ ਜਿਹੜੀ ਪਾਰਟੀ ਹੈ ਜਿਹਦਾ ਮੁਖੀਆ ਸਰਦਾਰ ਸੁਖਬੀਰ ਸਿੰਘ ਬਾਦਲ ਹੈ, ਇਹ ਉਹਦਾ ਮੈਨੇਜ ਕੀਤਾ ਹੋਇਆ ਪ੍ਰਧਾਨ ਹੈ, ਤੇ ਇਹਨਾਂ ਨੂੰ ਕੱਢੋ। ਦੇਖ ਹੀ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਵੀ ਕੀ ਕੀਤਾ। ਤੇ ਸਾਰੀਆਂ ਚੀਜ਼ਾਂ ਹੈ, ਇਹਨਾਂ ਨੂੰ ਦੇਖੋ ਦੁਨੀਆ ਤੁਹਾਡੇ ਵੱਲ ਦੇਖਦੀ ਪਈ ਹੈ। ਦਿੱਲੀ ਵੱਲ ਜਿਹੜਾ ਇਲੈਕਸ਼ਨ ਆ ਰਿਹਾ 22 ਅਗਸਤ ਨੂੰ, ਤਿਉਹਾਰ ਵਾਲੇ ਦਿਨ, ਤੁਸੀਂ ਤਿਉਹਾਰ ਨੂੰ ਬਾਅਦ ਦੇ ਵਿੱਚ ਦੇਖਣਾ ਵੀਰ ਜੀ। ਮੇਰੀ ਭੈਣੋ, ਮੇਰੇ ਭਰਾਵੋ, ਮੇਰੇ ਬੱਚਿਓ, ਪਹਿਲੇ ਇਹਨਾਂ ਨੂੰ ਕੱਢਣ ਦਾ ਉਪਾਅ ਦੇਖ ਕੇ ਵੋਟ ਇੱਕ ਛੋਟੀ ਜਿਹੀ ਸਟੈਂਪ ਹੁੰਦੀ ਹੈ, ਔਰ ਵੋਟ ਦੀ ਕੀਮਤ ਬਹੁਤ ਹੈ ਕਿਉਂਕਿ ਸਾਡੇ ਵੋਟ ਵੀ ਕਿੰਨੇ ਰਜਿਸਟਰਡ ਨੇ, 3,42,000 ਨੇ। ਤੇ ਇਹਨਾਂ ਨੂੰ ਸਿਆਸਤ ਤੋਂ ਬਾਹਰ ਕੱਢੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚੇ ਸੁੱਚੇ ਬੰਦੇ ਸਰਨਾ ਜੀ ਨੂੰ ਦਿਓ, ਜਿਹੜਾ ਕੱਲ੍ਹ ਵੀ ਆਉਣਗੇ, ਹੌਸਪੀਟਲ ਵੀ ਪਹਿਲੇ ਬਣਾਉਣਗੇ। ਸਾਡਾ ਵਾਅਦਾ ਸਾਡੀ ਪਾਰਟੀ ਦਾ ਕਿ ਅਸੀਂ ਪਹਿਲੇ ਹੌਸਪੀਟਲ ਵੀ ਬਣਾਵਾਂਗੇ ਤੇ ਨਾਲ ਟੀਚਰਾਂ ਦੀ ਜਿਹੜੀ ਤਨਖਾਹ ਹੈ ਉਹ ਵੀ ਟਾਈਮ ਸਿਰ ਪਹੁੰਚੇਗੀ। 31 ਤਾਰੀਖ ਨੂੰ ਬੈਂਕ ਦੇ ਅਕਾਊਂਟ ਦੇ ਵਿੱਚ ਤਨਖਾਹਾਂ ਹੋਣਗੀਆਂ। ਤੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਵਾਂ ਸੇਵਾਦਾਰਾਂ ਨੂੰ, ਹੋਰ ਹੈੱਡ ਗ੍ਰੰਥੀਆਂ ਨੂੰ ਜਿਹੜੇ ਇੱਥੇ ਕਰਦੇ ਨੇ ਗੁਰਦੁਆਰਿਆਂ ਦੀਆਂ ਸੇਵਾ ਦੇ ਵਿੱਚ, ਤੇ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਬਾਹਰ ਕੱਢੋ। ਤੇ ਜੋ ਵੀ ਸਰਨਾ ਸਾਹਿਬ ਜਦੋਂ ਸਾਡੀ ਪਾਰਟੀ ਆਏਗੀ ਉਹ ਤੁਹਾਡਾ ਵੀ ਪੂਰਾ ਖਿਆਲ ਰੱਖੇਗੀ। ਦੇਖੋ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋ, ਗੁਰੂ ਘਰ ਦੀ ਸੇਵਾ ਕਰਦੇ ਪਏ ਹੋ। ਤੁਹਾਨੂੰ ਵੀ ਬੜੀ ਦਿੱਕਤ ਹੋਈ ਜਦੋਂ ਇੱਥੇ ਕੋਵਿਡ ਸੈਂਟਰ ਖੋਲ੍ਹਿਆ। ਦੇਖੋ ਗੁਰੂ ਅਰਜਨ ਪਾਤਸ਼ਾਹੀ ਦਾ ਸਾਡਾ ਜਿਹੜਾ ਸ਼ਹੀਦੀ ਪੁਰਬ ਸੀ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਸੀ, ਉਹ ਵੀ ਅਸੀਂ ਲੱਖੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਹੁੰਦਾ ਸੀ, ਐਨ ਕਿ ਉਸ ਤੋਂ ਵੀ ਅਸੀਂ ਲੱਖੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਨਹੀਂ ਮਨਾ ਪਾਏ, ਜਿੱਥੋਂ ਇੱਕ ਪੂਰੀ ਦੁਨੀਆ ਨੂੰ ਮੈਸੇਜ ਜਾਂਦਾ ਸੀ ਕਿ ਦੇਖੋ ਦਿੱਲੀ ਦੀ ਸੰਗਤ ਕਿਸ ਤਰ੍ਹਾਂ ਆਪਣੇ ਗੁਰੂਆਂ ਦੇ ਨਾਲ ਜੁੜੀ ਹੋਈ ਹੈ। ਪਰ ਉਹ ਮੈਸੇਜ ਵੀ ਸਾਡਾ ਨਹੀਂ ਜਾ ਪਾਇਆ ਕਿਉਂਕਿ ਇਹਦੀ ਸ਼ਰਾਰਤ ਕਰਕੇ, ਇਸ ਬੰਦੇ ਦੀ ਸ਼ਰਾਰਤ ਕਰਕੇ ਹੀ ਇਹ ਮੈਸੇਜ ਦੁਨੀਆ ਦੇ ਵਿੱਚ ਨਹੀਂ ਜਾ ਪਾਇਆ। ਉਹ ਸੰਗਤਾਂ ਨੇ ਦਰਸ਼ਨ ਵੀ ਨਹੀਂ ਕਰ ਪਾਏ। ਜਿਸ ਦਿਨ ਦਰਸ਼ਨ ਕਰਨੇ ਸੀ ਸੰਗਤਾਂ ਨੇ, ਗੁਰਦੁਆਰਿਆਂ ਵਿੱਚ ਇਕੱਠ ਹੁੰਦਾ ਸੀ, ਉਹ ਵੀ ਆਪਣਾ ਹਾਜ਼ਰੀ ਨਹੀਂ ਕਰ ਪਾਏ ਕਿਉਂਕਿ ਇਹਦੀ ਸ਼ਰਾਰਤਾਂ ਕਰਕੇ ਪ੍ਰਧਾਨ ਦੀਆਂ। ਇਹ ਅਜੇ ਵੀ ਮਜ਼ਾਕ ਸਮਝਦੇ ਆ ਸੰਗਤ ਦੇ ਨਾਲ ਕਰ ਰਿਹਾ ਵੀਰ ਜੀ। ਮੈਂ ਤਾਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਕਰਨਾ ਕਿ ਕਿਸੇ ਗੱਲ 'ਤੇ ਵੀ ਆ ਜਾਏ, ਚੈਲੰਜ ਕਰਨਾ ਕਿ ਇਹ ਝੂਠੇ ਕਾਗਜ਼ ਸਾਬਤ ਕਰ ਦੇ। ਦੇਖੋ ਜਿਹਦੀ ਆਤਮਾ ਬੋਲਦੀ ਹੈ ਨਾ ਵੀਰ ਜੀ, ਉਹ ਕਿਸੇ ਜਗ੍ਹਾ ਡਿੱਗਦਾ ਨਹੀਂ ਹੈ, ਜਿਹਦੇ 'ਤੇ ਅਕਾਲ ਪੁਰਖ ਦਾ ਵੀ ਹੱਥ ਹੁੰਦਾ। ਇਹਨੂੰ ਪੁੱਛੋ ਨਾ ਕਿ ਆ ਜਾ ਭੁਪਿੰਦਰ ਦੇ ਸਾਹਮਣੇ, ਸੱਚੇ ਬੰਦੇ ਦੇ ਸਾਹਮਣੇ, ਕਿਸੇ ਦੇ ਵੀ ਆ ਜਾਏ। ਭੁਪਿੰਦਰ ਛੱਟ ਕਿਸੇ ਸੱਚੇ ਬੰਦੇ ਦੇ ਆਏ। ਕਦੀ ਤੂੰ ਅੱਜ ਦੀ ਟਾਈਮ ਤੂੰ ਸਾਰੀ ਸਿਆਸਤ ਉੱਧਰ ਘੁਮਾ ਰਿਹਾ, ਬਾਲਾ ਸਾਹਿਬ ਹਸਪੀਟਲ 'ਤੇ, ਇਹਨਾਂ ਦੇ ਵੀ ਜਵਾਬ ਦੇਣਾ, ਡਿਲੋਇਟ ਕੰਪਨੀ ਦੇ ਵੀ ਜਵਾਬ ਦੇਣਾ ਕਿ ਉੱਧਰ ਸਿਆਸਤ ਘੁਮਾ ਰਿਹਾ। ਉਹ ਵੀ ਤੇਰਾ ਬਣਿਆ ਨਹੀਂ ਹੈ ਨਾ, ਤੂੰ ਉਹਦਾ ਪ੍ਰੂਫ ਕੀਤਾ ਹੈ ਡਾਇਲਿਸਿਸ ਦੇ ਕਿੰਨਾ ਦੇ ਨਾਲ ਤੂੰ ਐਗਰੀਮੈਂਟ ਕੀਤਾ ਵੈ, ਉਹ ਵੀ ਤੂੰ ਅੱਜ ਤੱਕ ਪ੍ਰੂਫ ਨਹੀਂ ਕਰ ਪਾਇਆ। ਤੂੰ ਕਹਿੰਦਾ ਮੈਂ ਸਵਾ ਸੌ ਮੈਨੂੰ ਸਰਨਾ ਸਾਹਿਬ ਰੋਕਦੇ ਪਏ ਨੇ। ਉਹ ਤੈਨੂੰ ਰੋਕਿਆ ਕਿੰਨੀ ਹੈ? ਤੂੰ 22 ਤਾਰੀਖ ਤੋਂ ਬਾਅਦ ਜਦੋਂ ਮਰਜ਼ੀ ਕਿਸੇ ਦਾ ਬਣਾ ਜਾਂ ਕਰ, ਹੌਸਪੀਟਲ ਨੂੰ ਬਣਾ। ਅਗਰ ਸੱਚੀ ਨੀਅਤ ਨਾਲ ਬਣਾਏਗਾ ਸਾਰੀ ਸੰਗਤ ਵੀ ਤੇਰੇ ਨਾਲ ਖੜੀ ਹੋਏਗੀ। ਤੂੰ ਡੋਨੇਸ਼ਨ ਦੀ ਗੱਲ ਕਰਦਾ, ਪਹਿਲੀ ਗੱਲ ਮੈਂ ਆਪਣੇ ਘਰੋਂ ਤੈਨੂੰ ਕੋਸ਼ਿਸ਼ ਕਰਾਂਗਾ ਤੂੰ ਸੱਚੇ ਦਿਲ ਨਾਲ ਆ ਜਾ। 1 ਲੱਖ ਪਹਿਲਾਂ ਮੇਰਾ ਪਰਚੀ ਕੱਟੀ, ਅਗਰ ਮੈਂ ਮੁਕਰ ਜਾ, ਮੈਂ ਇਹ ਔਨ ਰਿਕਾਰਡ ਕਹਿ ਰਿਹਾ ਵਾਂ ਸਿਰਸਾ ਜੀ, ਤੁਸੀਂ ਤਾਂ ਹਰ ਗੱਲ ਮੁਕਰਦੇ। 1 ਲੱਖ 1 ਰੁਪਏ ਦੀ ਪਹਿਲੀ ਹੌਸਪੀਟਲ ਦੀ ਪਰਚੀ ਮੇਰੀ ਕੱਢਣਾ, ਮੈਂ ਦੇਵਾਂਗਾ, ਜਿਸ ਤਰ੍ਹਾਂ ਮਰਜ਼ੀ ਮੈਨੇਜ ਕਰਕੇ ਦੇਵਾਂ ਤੁਹਾਨੂੰ ਦੇਵਾਂਗਾ। ਪਰ ਸੱਚੀ ਨੀਅਤ ਨਾਲ ਲਾਓ ਹੌਸਪੀਟਲ ਖੋਲ੍ਹਣ ਵਾਸਤੇ। ਤੁਸੀਂ ਸਿਆਸਤਾਂ ਨਾ ਕਰੋ, ਤੁਸੀਂ ਸਿਆਸਤਾਂ ਦੇ ਵਿੱਚ ਅੰਨੇ ਮਾਹਿਰ ਹੋ ਗਏ। ਤੁਸੀਂ ਤਾਂ ਭੁੱਲ ਗਏ ਕਿ ਮੈਂ ਸੇਵਾ ਕਰਨ ਆਇਆ ਸਾਂ। ਸੇਵਾ ਕਿੱਥੇ ਕਰ ਰਹੇ ਹੋ ਵੀਰ ਜੀ? ਦੁਨੀਆ 'ਚ ਜਗ ਜ਼ਾਹਿਰ ਹੋ ਗਿਆ ਕਿ ਤੁਸੀਂ ਗੋਲਕ ਚੋਰ ਹੋ ਤੇ ਰਹੋਗੇ, ਕਿਉਂਕਿ ਜਿਸ ਇਨਸਾਨ ਦਾ ਕਿਰਦਾਰ ਹੁੰਦਾ ਨਾ, ਉਹ ਚੇਂਜ ਵੀ ਕਰਨਾ ਚਾਹਵੇ ਨਾ, ਨਹੀਂ ਹੋ ਪਾਉਂਦਾ।
ਕਿਉਂਕਿ ਇੱਕ MLA ਵੀ ਤੁਸੀਂ ਰਹੇ ਹੋ। ਉਹ ਤੁਸੀਂ ਸਵੇਰੇ ਕੁਝ ਝੂਠ ਬੋਲਦੇ ਹੋ, ਸ਼ਾਮੀ ਕੁਝ ਬੋਲਦੇ ਹੋ। ਤੁਹਾਡਾ ਕਰੈਕਟਰ ਕੀ ਹੈ? ਪਹਿਲੇ ਕਰੈਕਟਰ ਤੇ ਆ ਜਾਓ। ਤੁਹਾਡਾ ਪਿਛੋਕੜ ਕੀ ਹੈ? ਪਿਛੋਕੜ ਤੇ ਆ ਜਾਓ। ਕਿਹੜਾ ਪਿਛੋਕੜ ਲੈ ਕੇ ਚੱਲੇ ਹੋ ਤੁਸੀਂ? ਪਿਛੋਕੜ ਤੇ ਤੁਹਾਡੇ ਕੋਲ ਹੈ ਹੀ ਨਹੀਂ। ਪਿਛੋਕੜ ਤੇ ਤੁਹਾਡਾ ਬਹੁਤ ਬਲੈਕ ਹੈ। ਉਹਨੂੰ ਵਾਈਟ ਕਿਸ ਤਰ੍ਹਾਂ ਕਰਨਾ, ਉਹ ਤੇ ਤੁਹਾਨੂੰ ਇੱਕ ਚਾਂਸ ਮਿਲਿਆ ਸੀ ਤੇ ਤੁਸੀਂ ਵਾਈਟ ਕਰ ਸਕਦੇ ਸੀ, ਪਰ ਤੁਸੀਂ ਬਲੈਕ ਨੂੰ ਹੋਰ ਬਲੈਕ ਕਰ ਦਿੱਤਾ। ਤੁਸੀਂ ਬਲੈਕ ਨੂੰ ਹੋਰ ਬਲੈਕ ਕਰ ਦਿੱਤਾ। ਸੋ ਮੈਂ ਅਰਦਾਸ ਵੀ ਕਰਦਾ ਗੁਰੂ ਮਹਾਰਾਜ ਦੇ ਅੱਗੇ ਕਿ ਇਹੋ ਜਿਹੇ ਬਸ਼ੰਦਿਆਂ ਨੂੰ ਕਦੀ ਕੌਮ ਦੇ ਵਿੱਚ ਅੱਗੇ ਨਾ ਆਉਣ ਦਿਓ, ਚੰਗੇ ਬੰਦਿਆਂ ਨੂੰ ਅੱਗੇ ਆਉਣ ਦਿਓ। ਜਿਹੜੇ ਸ਼ਹੀਦਾਂ ਦੀ ਕੁਰਬਾਨੀਆਂ ਦੀ ਜਥੇਬੰਦੀਆਂ ਨੇ, ਸਿਰਸਾ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ, ਇਹਦੇ ਵਿੱਚ ਹੀ ਕੁਰਬਾਨੀਆਂ ਦਾ ਇਤਿਹਾਸ ਲਿਖਿਆ ਹੋਇਆ ਹੈ। ਤੁਸੀਂ ਤੇ ਆਪਣੇ ਕੱਲ੍ਹ ਵੀ ਮੈਂ ਸੁਣਦਾ ਪਿਆ ਸੀ ਇੱਕ ਟੇਪ ਦੇ 'ਚ ਕਿਸੇ ਬੰਦੇ ਨੂੰ ਗਾਲਾਂ ਕੱਢਦੇ ਪਏ, ਇਹ ਪ੍ਰਧਾਨ ਦਾ ਸ਼ੋਭਾ ਵੀ ਨਹੀਂ ਦਿੰਦਾ। ਵੀਡੀਓ ਦੇ 'ਚ ਤੁਸੀਂ ਗਾਲਾਂ ਕੱਢਦੇ ਪਏ, ਇਹ ਪ੍ਰਧਾਨ ਨੂੰ ਸ਼ੋਭਾ ਵੀ ਨਹੀਂ ਦਿੰਦਾ। ਪਹਿਲੇ ਆਪਣੇ ਮੈਂਬਰਾਂ ਦੇ ਵੀ ਕਰੈਕਟਰ ਕਰ ਲਓ। ਇੱਕ ਕੱਲ੍ਹ ਵੀ ਇੱਕ ਮੈਂਬਰ ਤੁਲਦਾ ਪਿਆ ਤੱਕੜੀ ਦੇ ਵਿੱਚ। ਅੱਜ ਤੱਕੜੀ ਦਾ ਹਾਲ ਕੀ ਹੈ ਤੁਹਾਡਾ? ਤੱਕੜੀ ਤਾਂ ਵੈਸੇ ਹੀ ਰੁਲ ਗਈ ਹੈ ਪੈਰਾਂ ਦੇ ਵਿੱਚ। ਤੇ ਤੁਸੀਂ ਕੀ ਲੈ ਕੇ ਆ ਰਹੇ ਹੋ? ਤੁਸੀਂ ਪ੍ਰਧਾਨ ਦੇ ਅੱਗੇ ਵੈਸੇ ਚਿੱਟੀਆਂ ਚਾਦਰਾਂ ਲਗਾ ਦਿੱਤੀਆਂ। ਤੁਹਾਡੇ ਮੂੰਹ ਨੂੰ ਕੋਈ ਵੋਟ ਪਾਏਗਾ? ਨਹੀਂ ਪਾਏਗਾ। ਪਰ ਤੁਸੀਂ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕਰੋਗੇ, ਹਰ ਜਗ੍ਹਾ ਮੈਨੇਜ ਕਰਨ ਦੀ ਕੋਸ਼ਿਸ਼ ਕਰੋਗੇ। ਸੋ ਸੰਗਤ ਜੀ, ਮੈਂ ਆਪ ਸਭ ਨੂੰ ਅਰਦਾਸ ਕਰਨਾ ਤੇ ਗੁਜ਼ਾਰਿਸ਼ ਵੀ ਕਰਨਾ, ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਵਾਂ ਕਿ ਇਹਨਾਂ ਦੇ ਲਾਲਚਾਂ ਵਿੱਚ ਨਾ ਆਓ। ਇਹਨਾਂ ਦੇ ਲਾਲਚ ਵਿੱਚ ਆ ਕੇ ਤੇ ਅਸੀਂ ਫਿਰ ਅਗਲੀ ਪੀੜ੍ਹੀ ਨੂੰ ਕੀ ਦੇਵਾਂਗੇ, ਇਹ ਸੋਚ ਕੇ ਚੱਲਣਾ ਕਿ ਅਗਲੀ ਪੀੜ੍ਹੀ ਸਾਡੀ ਕਿੱਥੇ ਸਾਨੂੰ ਹੀ ਜਵਾਬ ਪੁੱਛੇਗੀ। ਸਾਨੂੰ ਜਵਾਬ ਪੁੱਛੇਗੀ। ਅੱਜ ਵੀ ਅਸੀਂ ਮੈਂ ਆਪਣੀ ਮਾਂ ਦਾ ਕਿਰਦਾਰ ਨਹੀਂ ਭੁੱਲਦਾ। ਜਦੋਂ ਮੈਂ ਛੋਟਾ ਸੀ, ਉਂਗਲੀ ਫੜ ਕੇ ਚੱਲਦਾ ਸੀ, ਮੇਰੀ ਮਾਂ ਨੇ 8 ਵੰਗਾਂ ਸੋਨੇ ਦੀਆਂ ਪਾਈਆਂ ਸੀ, ਪੂਰੀ ਵਾਲੇ ਸੰਤਾਂ ਦੀ ਟੋਕਰੀ ਦੇ ਵਿੱਚ ਪਾ ਦਿੱਤਾ ਸੀ, ਕਿਸੇ ਕੋਲੋਂ ਪੁੱਛਿਆ ਨਹੀਂ ਸੀ। ਉਹੀ ਕਿਰਦਾਰ ਆਪਣੀ ਮਾਂ ਦਾ ਮੇਰੀ ਅੱਖਾਂ ਦੇ ਸਾਹਮਣੇ ਆ ਜਾਂਦਾ ਤੇ ਮੈਂ ਸੱਚਾਈ 'ਤੇ ਚੱਲਣ ਦੀ ਕੋਸ਼ਿਸ਼ ਕਰਨਾ ਕਿ ਮੇਰੀ ਮਾਂ ਇਸ ਤਰ੍ਹਾਂ ਕਰ ਸਕਦੀ ਸੀ ਤੇ ਸਾਡਾ ਫਰਜ਼ ਵੀ ਬਣਦਾ ਕਿ ਗੁਰੂ ਧਾਮਾਂ ਦੇ 'ਚ ਅਸੀਂ ਕੀ ਕਰੀਏ। ਪਰ ਜਦੋਂ ਤੁਸੀਂ ਅੱਜ ਸਿਰਸਾ ਦੇ ਪਿੱਛੇ ਲੱਗ ਕੇ ਇਹੋ ਜਿਹੇ ਦੇ ਕੇ ਜਾਓਗੇ ਆਪਣੇ ਬੱਚਿਆਂ ਨੂੰ ਵਿਰਾਸਤ ਦੇ 'ਚ, ਤੇ ਤੁਹਾਡੇ ਬੱਚੇ ਵੀ ਉਸ ਸ਼ਰਾਬਾਂ ਦੇ ਵਿੱਚ ਰੁੱਲ ਜਾਣਗੇ, ਨਸ਼ਿਆਂ ਦੇ 'ਚ ਰੁੱਲ ਜਾਣਗੇ। ਸੰਗਤ ਜੀ, ਇਸ ਕਰਕੇ ਬਾਰ-ਬਾਰ ਮੈਂ ਬੇਨਤੀ ਕਰ ਰਿਹਾ ਆਪ ਜੀ ਨੂੰ, ਇਹ ਆਖਰੀ ਮੌਕਾ ਹੈਗਾ ਜੇ, ਇਹ ਮਸੰਦਾਂ ਨੂੰ ਇੱਥੋਂ ਦੀ ਕੱਢੋ। ਹੋਰ ਕਿੰਨਾ ਕਾਨ ਕਰਵਾਓਗੇ? ਇਹ ਦੇਖੋ ਸੱਚਾਈ FIR ਦੀ, ਇਹਦੇ ਕੱਲੇ ਸਾਈਨ ਵੀ ਦੇਖੋ, ਜਿਹੜੇ ਕੱਲੇ ਸਾਈਨ ਦਿੱਤੇ ਨੇ। ਕੋਈ ਕੈਸ਼ੀਅਰ ਨੂੰ ਪੁੱਛਣਾ, ਕੋਈ ਪ੍ਰੈਸੀਡੈਂਟ ਨੂੰ ਨਹੀਂ ਪੁੱਛਣਾ, ਔਰ ਕੱਲੇ ਸਾਈਨ ਕੀਤੇ ਹੋਏ ਹੋਰ ਕਿੰਨਾ ਕਾਨ ਕਰੇਗਾ। ਇਹ ਸਾਰੀ ਸੋਚ ਕੇ ਚੱਲਣਾ ਵੀਰ ਜੀ। ਬਾਕੀ ਅਗਲੀ ਮੀਟਿੰਗ ਦੇ ਵਿੱਚ ਜਦੋਂ ਹੋਏਗੀ ਹੋਰ ਮੈਂ ਚਾਨਣ ਪਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਤੁਸੀਂ ਦੇਖਿਆ ਕਿ ਸਿੰਘ ਸਾਹਿਬ ਸਾਡੇ ਨਾਲ ਬੈਠੇ ਸੀ, ਬਹੁਤ ਹੀ ਇਮੋਸ਼ਨਲ ਤੇ ਆਪਾਂ ਕਹਾਂਗੇ ਥੋੜ੍ਹਾ ਅਗਰੈਸਿਵ ਤੇ ਇਮੋਸ਼ਨਲ ਮਿਕਸ ਹੋ ਕੇ ਉਹਨਾਂ ਨੇ ਇੱਕ ਓਪਨ ਡਿਬੇਟ ਦਾ ਚੈਲੰਜ ਦਿੱਤਾ ਹੈ ਸਿਰਸਾ ਸਾਹਿਬ ਨੂੰ, ਓਪਨ ਡਿਬੇਟ। ਤੇ ਉਹਨਾਂ ਨੇ ਇਹ ਵੀ ਓਪਨਲੀ ਕਿਹਾ ਹੈ ਕਿ ਜੋ ਉਹਨਾਂ ਨੇ ਡਾਕੂਮੈਂਟ ਸਾਨੂੰ ਸਬਮਿਟ ਕੀਤੇ ਨੇ ਇਹ ਵਾਲੇ, ਕਿ ਦਿਖਾਓ ਕਿ ਜੇ ਗਲਤ ਨੇ ਡਾਕੂਮੈਂਟ, ਜੋ ਕਿ ਇਹ ਸਿੰਘ ਸਾਹਿਬ ਦੇ ਅਕੋਰਡਿੰਗ ਕਿ ਉਹਨਾਂ ਨੇ ਸਿਰਸਾ ਸਾਹਿਬ ਨੇ ਇਹਨਾਂ ਉੱਤੇ FIR ਐਲੀਗੇਸ਼ਨ ਲਗਾਏ ਕਿ ਡਾਕੂਮੈਂਟ ਫੇਕ ਨੇ। ਇਹਨਾਂ ਦਾ ਓਪਨ ਚੈਲੰਜ ਹੈ ਕਿ ਸਾਨੂੰ ਸਾਬਿਤ ਕਰਕੇ ਦਿਖਾਓ ਕਿ ਡਾਕੂਮੈਂਟ ਗਲਤ ਨੇ। ਤੇ ਇਹ ਵੀ ਅਪੀਲ ਕਰ ਰਹੇ ਨੇ ਕਿ ਸਿਰਸਾ ਜੀ ਕਿ ਐਲੀਗੇਸ਼ਨਸ ਨੇ ਕਿ ਜੋ ਤੁਸੀਂ ਆਪਣਾ ਬਲੈਕ ਮਨੀ ਤੁਸੀਂ ਹੋਰ ਬਲੈਕ ਕਰ ਰਹੇ ਹੋ ਉਹ ਬੰਦ ਕਰੋ। ਤੁਸੀਂ ਪਬਲਿਕ ਦੀ ਸੇਵਾ ਕਰੋ, ਪਬਲਿਕ ਤੁਹਾਡੇ ਪਿੱਛੇ ਆਏਗੀ। ਪਬਲਿਕ ਦੀ ਸੇਵਾ ਨਹੀਂ ਕਰੋਗੇ, ਪਬਲਿਕ ਤੁਹਾਡੇ ਪਿੱਛੇ ਨਹੀਂ ਆਏਗੀ, ਸੰਗਤ ਤੁਹਾਨੂੰ ਵੋਟ ਨਹੀਂ ਪਾਏਗੀ। ਜੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਇਲੈਕਸ਼ਨਸ ਤੇ ਕੁਰਸੀ ਦੋਨੋਂ ਛੱਡ ਦਿਓ। ਇਹ ਸਿੰਘ ਸਾਹਿਬ ਦੇ ਵਿਚਾਰ ਨੇ। ਫਰਦਰ ਸਾਡਾ ਖਬਰ ਫॉर ਇੰਡੀਆ ਦਾ ਵੀ ਇੱਕ ਮੈਸੇਜ ਹੈ ਸਿਰਸਾ ਜੀ ਨੂੰ ਕਿ ਸਿਰਸਾ ਸਾਹਿਬ, ਅਸੀਂ ਤੁਹਾਨੂੰ ਕਾਫੀ ਵਾਰੀ ਅਪਰੋਚ ਕੀਤਾ ਹੈ ਇੰਟਰਵਿਊ ਲਈ, ਪਰ ਤੁਸੀਂ ਸਾਡੇ ਸਾਹਮਣੇ ਨਹੀਂ ਆਉਂਦੇ। ਸਾਡਾ ਚੈਨਲ ਤੁਸੀਂ ਕਹਿੰਦੇ ਹੋ ਕਿ ਸੋਸ਼ਲ ਮੀਡੀਆ ਦਾ ਹੈ, ਚਲੋ ਛੋਟਾ ਚੈਨਲ ਹੈ, ਮੰਨ ਲਿਆ ਸੀ, ਬਟ ਸਾਡਾ ਵੀ ਤੁਹਾਨੂੰ ਇੱਕ ਓਪਨ ਚੈਲੰਜ ਹੈ, ਓਪਨ ਡਿਬੇਟ ਹੈ ਕਿ ਮੇਰੇ ਨਾਲ ਤੁਸੀਂ ਇੱਕ 1-to-1 ਇੰਟਰਵਿਊ ਖਾਸ ਕਰਕੇ ਕਰੋ, ਤਾਂ ਕਿ ਮੇਰੇ ਨਾਲ ਛੱਡੋ, ਤੁਸੀਂ ਕੋਈ PC ਕਰੋ ਜਿਸ ਵਿੱਚ ਤੁਸੀਂ ਸਾਰੇ ਆਨਸਰ ਦੇ ਪਾਓ। ਜੋ ਮੇਰੇ ਕੋਲ ਕੁਐਸਚਨ ਹੈ ਉਹਦੇ ਸਿਰਫ ਆਨਸਰ ਦੇਣੇ ਤੁਸੀਂ, ਹੋਰ ਕੁਝ ਨਹੀਂ ਕਰਨਾ। ਦੇਖਦੇ ਰਹੋ ਖਬਰ ਫॉर ਇੰਡੀਆ। ਮੈਂ ਦਿਲਜੋਤ ਸਿੰਘ, ਕੈਮਰਾਮੈਨ ਸਮਰਾਟ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਫਿਸ ਤੋਂ। ਥੈਂਕ ਯੂ।